ਬਟਵਾਰਾ। ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਵਿੱਚ ਭਾਈ ਜੀ ਦੀ ਆਵਾਜ਼ ਸੁਣ ਕੇ ਜਾਗਰ ਬਿਸਤਰੇ ਵਿੱਚੋਂ ਉੱਠ ਪਿਆ ਤੇ ਬੋਲਿਆ, ਬੇਬੇ ਚਾਹ ਬਣ ਗਈ ਹੈ ਜਾਂ ਨਹੀਂ? ਪਰ ਬੇਬੇ ਤਾਂ ਸਵਖਤੇ ਹੀ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਹਟੀ ਸੀ। ਸੋਚ ਰਹੀ ਸੀ ਕਿ ਜਾਗਰ ਨੂੰ ਉਠਾ ਦੇਵਾਂ। ਫਿਰ ਸੋਚੀ ਚੱਲ ਪਿਆ ਰਹਿਣ ਦੇ, ਵਿਚਾਰਾ ਸਾਰਾ ਦਿਨ ਹੀ ਤਾਂ ਕੰਮ ਕਰਦਾ ਰਹਿੰਦਾ ਹੈ। ਬੇਬੇ ਚਾਹ ਦੀ ਗੜਵੀ ਚੁੱਕ ਜਾਗਰ ਕੋਲ ਰੱਖ ਆਈ ਤੇ ਜਾਗਰਾ ਚਾਹ ਪੀ ਲਵੀਂ। ਮੂੰਹ ਹੱਥ ਧੋ ਕੇ ਜਾਗਰ ਨੇ ਚਾਹ ਪੀਤੀ ਤੇ ਡੰਗਰਾਂ ਨੂੰ ਕੱਖ ਕੰਡਾ ਕਰਕੇ ਹੱਲ ਪਾਣੀ ਚੁੱਕੀ ਤੇ ਬਲਦ ਜੋੜ ਲਏ। ਅੱਛਾ ਬੇਬੇ, ਮੈਂ 2 ਖੁੱਡ ਵਾਹ ਹੀ ਆਵਾਂ। 2 ਕੋਹਾਂ ਤੇ ਟਿੱਬੀ ਵਾਲਾ ਖੇਸੀ ਤੁਰਦਾ ਤੁਰਦਾ ਕਹਿ ਗਿਆ, 10 ਕੁ ਵਜੇ ਰੋਟੀ ਭੇਜ ਦੇਵੀਂ। ਗੁਰੂ ਘਰ ਦੀ ਆਵਾਜ਼ ਸੁਣ ਕੇ ਜਾਗਰ ਬੋਲਿਆ, ਹੇ ਸਤਿਗੁਰੂ, ਮੇਰੇ ਭਾਈ ਨੂੰ ਸੰਮਤ ਬਖਸ਼ੀ। ਹੇ ਸੱਚੇ ਪਾਤਸ਼ਾਹ, ਉਸ ਦੀ ਬੁੱਧੀ ਬਦਲ ਦੇਵੀਂ। ਕਿਹੜਾ ਵੇਲੇ ਮਾੜੀ ਸੰਗਤ ਵਿੱਚ ਪੈ ਗਿਆ। ਕੁੜੀ ਦਾ ਪਿਓ ਹੋ ਕੇ ਵੀ ਸਮਝ ਨਹੀਂ ਰਿਹਾ। ਸਹੁਰਾ ਉੱਠ ਕੇ ਸਵੇਰੇ ਹੀ ਠੇਕੇ ਤੇ ਆ ਖੜਦਾ ਹੁੰਦਾ ਹੈ। ਚਲੋ ਸਤਿਗੁਰੂ ਤੇਰੀ ਹੀ ਰਜ਼ਾ ਹੈ, ਖੈਰ ਭਲਾ ਕਰੀ ਉਸਦਾ। ਨਾਜਰ ਅਤੇ ਜਾਗਰ ਦੋਵੇਂ ਹੀ ਸਕੇ ਭਰਾ ਸੀ, ਪਰ ਜਾਗਰ ਬਹੁਤ ਸਿਆਣਾ ਸੀ, ਹਿੰਮਤੀ ਸੀ, ਮਿਹਨਤੀ ਵੀ ਸੀ ਤੇ ਨਾਜਰ ਸ਼ਰਾਬੀ ਆਲਸੀ ਵੀ ਸੀ। ਘਰ ਦੇ ਕੰਮਕਾਰ ਵਿੱਚ ਕੋਈ ਹੱਥ ਨਹੀਂ ਵਟਾਉਂਦਾ ਸੀ। ਪਿੰਡ ਵਿੱਚ ਬੰਤ ਸਿੰਘ ਨੰਬਰਦਾਰ ਚੰਗੇ ਘਰਾਂ ਵਿੱਚੋਂ ਮੰਨਿਆ ਜਾਂਦਾ ਸੀ। 20-25 ਕਿੱਲੇ ਜ਼ਮੀਨ ਦੇ ਦੋਵੇਂ ਭਰਾਵਾਂ ਨੂੰ ਆਉਂਦੀ ਸੀ। ਘੋੜੀ ਜੋੜ 20 ਕੁ ਦੇ ਪਸ਼ੂ ਸਨ। ਦੋਵੇਂ ਭਰਾਵਾਂ ਵਿੱਚੋਂ ਜਾਗਰ ਦੇ 2 ਮੁੰਡੇ ਬੁਰਗਾ ਅਤੇ ਗੁਰਿੰਦਰ ਸਨ। ਨਾਜਰ ਕੋਲ ਇੱਕ ਕੁੜੀ ਜੀਤੋ ਸੀ। ਕੁਝ ਸਮਾਂ ਪਹਿਲਾਂ ਹੀ ਨਾਜਰ ਦੇ ਘਰਵਾਲੀ ਗੋਲੇ 2 ਸਾਲਾਂ ਦੀ ਕੁੜੀ ਨੂੰ ਛੱਡ ਕੇ ਮਰ ਗਈ ਸੀ, ਪਰ ਜਾਗਰ ਦੀ ਘਰਵਾਲੀ ਨੇ ਜੀਤੋ ਨੂੰ ਹੀ ਪਾਲਿਆ ਅਤੇ ਬਹੁਤ ਪਿਆਰ ਦਿੱਤਾ। ਉਸਦੀ ਤਾਈ ਹੀ ਉਸਦੀ ਮਾਂ ਸੀ। ਬਾਪੂ ਦਾ ਪਿਆਰ ਵੀ ਜਾਗਰ ਨੇ ਹੀ ਦਿੱਤਾ ਸੀ। ਜਾਗਰ ਤਾਂ ਬਾਪੂ ਵੀ ਇਹੀ ਕਹਿੰਦਾ ਰਹਿੰਦਾ ਸੀ, ਜਾਗਰਾ ਤੂੰ ਹੀ ਇਸ ਦਾ ਬਾਪ ਹੈ, ਉਹ ਤਾਂ ਨਸ਼ੇੜੀ ਹੈ। ਇਹ ਕਹਿੰਦੇ ਬਾਪੂ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਦਾ। ਪਰ ਜਾਗਰ ਇਹ ਸੁਣ ਕੇ ਬਾਪੂ ਨੂੰ ਦਿਲਾਸਾ ਦਿੰਦਾ ਕਿ ਬਾਪੂ ਜੀ, ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਉਸ ਨੂੰ ਪਿਆਰ ਨਹੀਂ ਕਰਦਾ? ਉਹ ਮੇਰੀ ਹੀ ਧੀ ਹੈ, ਮੈਨੂੰ ਦੋਵਾਂ ਪੁੱਤਰਾਂ ਨਾਲੋਂ ਬਹੁਤ ਪਿਆਰੀ ਹੈ। ਇਹ ਸੁਣ ਕੇ ਬਾਪੂ ਜਾਗਰ ਨੂੰ ਕਹਿੰਦਾ, ਜਾਗਰਾ ਤੇਰੇ ਤੇ ਹੀ ਭਰੋਸਾ ਹੈ, ਤੁਸੀਂ ਚਿੰਤਾ ਨਾ ਕਰੋ ਬਾਪੂ ਜੀ। ਇਹ ਤਿੰਨੇ ਭੈਣ ਭਰਾ ਆਪਸ ਵਿੱਚ ਬਹੁਤ ਪਿਆਰ ਕਰਦੇ ਹਨ। ਬੁਰਗੇ ਦੀ ਮਾਂ ਵੀ ਉਸਦੀ ਅੱਖਾਂ ਤੋਂ ਪਰੇ ਨਹੀਂ ਹੋਣ ਦਿੰਦੀ ਸੀ, ਬਹੁਤ ਪਿਆਰ ਕਰਦੀ ਹੈ। ਬਸ ਭਾਈ ਤੁਸੀਂ ਧਿਆਨ ਰੱਖਣਾ, ਮੇਰੇ ਜਾਨ ਪ੍ਰਾਣ ਦਾ ਤਾਂ ਪਤਾ ਨਹੀਂ ਕਦੋਂ ਨਿਕਲ ਜਾਣ। ਇਹ ਸਭ ਸੁਣ ਜਾਗਰ ਵੀ ਮਾਯੂਸ ਜਿਹਾ ਹੋ ਜਾਂਦਾ। ਬੁਰਗਾ ਤੇ ਗੁਰਿੰਦਰ ਵੀ ਬਹੁਤ ਸਿਆਣੇ ਸਨ, ਬਾਪੂ ਦੀ ਖੇਤੀਬਾੜੀ ਵਿੱਚ ਹੱਥ ਵਟਾਉਂਦੇ ਸਨ। 8ਵੀਂ ਵਿੱਚ ਪੜ੍ਹਦੀ ਜੀਤੋ ਨੂੰ ਬਹੁਤ ਗਿਆਨ ਸੀ। ਜੀਤੋ ਵੀ ਆਪਣੀ ਤਾਈ ਨਾਲ ਰੋਟੀ ਟੁੱਕ ਦਾ ਕੰਮ ਕਰਾਉਂਦੀ ਸੀ। ਉਹ ਜਦੋਂ ਕਦੇ ਆਪਣੀ ਮਾਂ ਗੋਲੇ ਦੀਆਂ ਗੱਲਾਂ ਸੁਣਦੀ, ਅੱਖਾਂ ਵਿੱਚ ਅਥਰੂ ਆ ਜਾਂਦੇ। ਫਿਰ ਤਾਈ ਉਸਨੂੰ ਆਪਣੀ ਬੁੱਕਲ ਵਿੱਚ ਲੈ ਲੈਂਦੀ। ਤਾਈ ਪਿਆਰ ਦੇਖ ਜੀਤੋ ਸਭ ਕੁਝ ਭੁੱਲ ਜਾਂਦੀ। ਉਂਝ ਤਾਂ ਉਸਨੂੰ ਬਾਪੂ ਦਾ ਵੀ ਪਿਆਰ ਬਹੁਤ ਆਉਂਦਾ ਸੀ। ਕਈ ਵਾਰ ਬਾਪੂ ਇਕੱਲਾ ਬਹਿ ਕੇ ਰੋਣ ਲੱਗ ਪੈਂਦਾ। ਹੇ ਸਤਿਗੁਰੂ, ਮੈਂ ਤੇਰਾ ਕੀ ਵਿਗਾੜਿਆ ਹੈ ਜੋ ਤੂੰ ਮੈਨੂੰ ਮੇਰੀ ਬੱਚੀ ਤੋਂ ਉਸਦੀ ਮਾਂ ਖੋਹ ਲਈ, ਪਰ ਮਹਿਸੂਸ ਨਹੀਂ ਹੋਣ ਦਿੰਦਾ। ਅੱਛਾ ਜੀਤੋ ਪੁੱਤ, ਦੱਸ ਸਾਰੇ ਤੈਨੂੰ ਕਿੰਨਾ ਪਿਆਰ ਕਰਦੇ ਨੇ? ਬਾਪੂ ਜੀ, ਮੈਨੂੰ ਸਾਰੇ ਬਹੁਤ ਪਿਆਰ ਕਰਦੇ ਨੇ। ਬੁਰਗਾ ਤੇ ਗੁਰਿੰਦਰ ਵੀ ਮੈਨੂੰ ਬਹੁਤ ਪਿਆਰ ਕਰਦੇ ਹਾਂ। ਨਾਜਰ ਬੋਲਿਆ, ਤਾਇਆ ਤੇ ਤਾਈ? ਜੀਤੋ ਬੋਲੀ, ਉਹ ਤਾਂ ਮੇਰੇ ਲਈ ਬੇਬੇ ਬਾਪੂ ਹਨ, ਤੂੰ ਵੀ ਮੇਰਾ ਬਾਪੂ ਹੈ। ਪੁੱਤ ਮੇਰਾ ਕਿੰਨਾ ਪਿਆਰ ਆਉਂਦਾ ਹੈ, ਸੱਚ ਦੱਸ। ਜਿੱਦਣ ਬਾਪੂ ਤੂੰ ਦਾਰੂ ਪੀ ਕੇ ਆਉਣਾ ਨਾ, ਉਦੋਂ ਤੂੰ ਮੇਰਾ ਬਾਪੂ ਨਹੀਂ ਲੱਗਦਾ। ਅੱਜ ਨਹੀਂ ਪੀਤੀ, ਅੱਜ ਤੂੰ ਮੇਰਾ ਬਾਪੂ ਹੈ। ਇਹ ਕਹਿ ਕੇ ਜੀਤੀ ਉਸਦੇ ਗਲ ਨਾਲ ਚਿੰਬੜ ਜਾਂਦੀ ਹੈ। ਫਿਰ ਬਾਪੂ ਦੀਆਂ ਅੱਖਾਂ ਦੇ ਵਿੱਚ ਅਥਰੂ ਵਹਿ ਤੁਰਦੇ ਨੇ ਅਤੇ ਉਹ ਸਹੁੰ ਪਾ ਲੈਂਦਾ ਹੈ ਕਿ ਅੱਜ ਤੋਂ ਬਾਅਦ ਨਹੀਂ ਪੀਵੇਗਾ। ਘਰ ਵਿੱਚ ਬੁਰਗੇ ਦੇ ਵਿਆਹ ਦੀ ਗੱਲ ਚੱਲ ਪਈ। ਬੁਰਗੇ ਦਾ ਵੀ ਵਿਆਹ ਕਰ ਦਈਏ, ਪਰ ਸਾਰੇ ਪਰਿਵਾਰ ਵਿੱਚ ਸਲਾਹ ਹੋਈ ਅਤੇ ਨਾਜਰ ਵੀ ਹਾਂ ਕਰ ਦਿੱਤੀ ਕਿ ਕਰ ਦਿਓ। ਸਭ ਤੋਂ ਵੱਧ ਜੀਤੋ ਨੂੰ ਖੁਸ਼ੀ ਸੀ, ਕਿਉਂਕਿ ਉਸਦੀ ਭਾਬੀ ਆਉਣ ਵਾਲੀ ਸੀ। ਵੱਡਾ ਬਾਪੂ ਵੀ ਚਾਹੁੰਦਾ ਸੀ ਕਿ ਮੇਰੇ ਹੁੰਦੇ ਬੁਰਗੇ ਦਾ ਵਿਆਹ ਹੋ ਜਾਵੇ। 2 ਕੁ ਮਹੀਨੇ ਬਾਅਦ ਲਾਗਲੇ ਪਿੰਡ ਵਿੱਚ ਸਰਪੰਚਾਂ ਦੀ ਕੁੜੀ ਦਾ ਰਿਸ਼ਤਾ ਪੱਕਾ ਹੋਇਆ। ਵਿਆਹ ਬੜੀ ਧੂਮਧਾਮ ਨਾਲ ਹੋਇਆ। ਸਾਰਾ ਟੱਬਰ ਬਹੁਤ ਖੁਸ਼ ਸੀ। ਚੰਗਾ ਸਮਾਨ ਘੋੜੀ ਜੋੜੀ ਨਾਲ ਭਰ ਦਿੱਤਾ ਸੀ। ਜੀਤੋ ਵੀ ਆਪਣੀ ਭਾਬੀ ਨਾਲ ਬਹੁਤ ਖੁਸ਼ ਰਹਿੰਦੀ ਸੀ। ਖੁਸ਼ੀਆਂ ਭਰੇ ਦਿਨ ਲੰਘ ਗਏ। ਇੱਕ ਦਿਨ ਨਾਜਰ ਫਿਰ ਦਾਰੂ ਪੀ ਕੇ ਆਇਆ।
ਅਤੇ ਰੌਲਾ ਪਾਉਣ ਲੱਗਿਆ, ਗਾਲਾਂ ਕੱਢਣ ਲੱਗ ਪਿਆ ਜਿਵੇਂ ਕਿਸੇ ਨੇ ਉਸਦੇ ਕੰਨ ਭਰ ਦਿੱਤੇ ਹੋਣ। ਜਾਗਰ ਨਿਕਲ ਬਾਹਰ, ਮੇਰੀ ਜ਼ਮੀਨ ਅਤੇ ਘਰ ਵੰਡ ਦੇ, ਮੈਂ ਆਪਦੀ ਧੀ ਦਾ ਰਿਸ਼ਤਾ ਕਰਨਾ ਹੈ। ਇੰਨੇ ਨੂੰ ਬੁਰਗਾ ਗੁੱਸੇ ਵਿੱਚ ਡਾਂਗ ਚੁੱਕ ਕੇ ਲਿਆਇਆ, ਕਹਿਣ ਲੱਗਿਆ, ਕੱਢ ਹੁਣ ਗਾਲ। ਕਿਵੇਂ ਕੱਢਦਾ ਹੈ? ਤੂੰ ਹੁੰਦਾ ਕੌਣ ਹੈ ਮੈਨੂੰ ਰੋਕਣ ਵਾਲਾ? ਮੈਂ ਆਪਣਾ ਹਿੱਸਾ ਜ਼ਮੀਨ ਅਤੇ ਘਰ ਮੰਗਦਾ ਹਾਂ। ਬੁਰਗਾ ਗੁੱਸੇ ਵਿੱਚ ਡਾਂਗ ਮਾਰਨ ਹੀ ਲੱਗਾ ਸੀ ਕਿ ਜਾਗਰ ਨੇ ਫੜ ਲਿਆ। ਓਏ ਮੂਰਖਾ, ਇਹ ਤੇਰਾ ਚਾਚਾ ਹੈ, ਦੇਖੀ ਕਿਤੇ ਡਾਂਗ ਨਾ ਮਾਰ ਦੇਵੀਂ। ਪਰ ਬਾਪੂ, ਇਹ ਤੈਨੂੰ ਗਾਲਾਂ ਕੱਢਦਾ ਹੈ। ਪੁੱਤ ਗੁੱਸੇ ਵਿੱਚ ਹੈ, ਦਾਰੂ ਪੀਤੀ ਹੋਈ ਹੈ, ਇਸ ਨੂੰ ਕੁਝ ਨਹੀਂ ਪਤਾ, ਸਵੇਰੇ ਹੀ ਸਮਝਾ ਦੇਵਾਂਗੇ। ਜਾਗਰ ਕਹਿਣ ਲੱਗਿਆ, ਨਾਜਰਾ ਕਿਉਂ ਕਮਲਾ ਹੋਇਆ ਹੈ? ਤੈਨੂੰ ਤੇਰਾ ਹਿੱਸਾ ਦੇ ਦੇਵਾਂਗੇ, ਤੂੰ ਸੋ ਜਾ। ਇਹ ਝਗੜਾ ਸੁਣ ਸਾਰਾ ਟੱਬਰ ਬਾਹਰ ਆ ਗਿਆ। ਜੀਤੋ ਵੀ ਰੋਣ ਲੱਗ ਪਈ। ਉਸਨੂੰ ਆਪਣੇ ਤਾਏ ਜਾਗਰ ਦੀਆਂ ਗਾਲਾਂ ਕੱਢਣਾ ਚੰਗਾ ਨਹੀਂ ਲੱਗਿਆ। ਉਹ ਆਪਣੇ ਬਾਪੂ ਨੂੰ ਕੋਸ ਰਹੀ ਸੀ। ਗਿੰਦਰ ਠੰਡੇ ਸੁਭਾਅ ਦਾ ਹੋਣ ਕਰਕੇ ਨਾਜਰ ਨੂੰ ਮੰਜੇ 'ਤੇ ਪਾਇਆ। ਸਵੇਰੇ ਜਦੋਂ ਜੀਤੋ ਚਾਹ ਲੈ ਕੇ ਗਈ ਤਾਂ ਬਾਪੂ ਨੇ ਚਾਹ ਫੜਾਉਂਦੇ ਹੋਏ ਬੋਲੀ, ਬਾਪੂ ਤੂੰ ਚੰਗਾ ਨਹੀਂ ਕਰਦਾ, ਰੋਜ਼ ਜਲੂਸ ਕੱਢਦਾ ਹੈ। ਉਹ ਪੁੱਤ, ਮੈਂ ਤਾਂ ਕੁਝ ਨਹੀਂ ਕਿਹਾ। ਨਾਜਰ ਨੇ ਪੁਚਕਾਰ ਕੇ ਜੀਤੋ ਨੂੰ ਗੋਦ ਵਿੱਚ ਲੈ ਲਿਆ ਤੇ ਬੋਲਿਆ, ਨਹੀਂ ਪੁੱਤ, ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕੱਢੀ। ਚੰਗਾ, ਸਹੁੰ ਖਾ ਕੇ ਅੱਗੇ ਤੋਂ ਨਹੀਂ ਪੀਵੇਂਗਾ। ਪੁੱਤ ਤੇਰੀ ਸਹੁੰ, ਨਹੀਂ ਪੀਵਾਂਗਾ। ਸਿਰ ਤੇ ਹੱਥ ਰੱਖ ਜੀਤੋ ਨੂੰ ਪਿਆਰ ਨਾਲ ਤੋਰ ਦਿੱਤਾ। ਜੀਤੋ ਸੋਚ ਰਹੀ ਸੀ ਕਿ ਬਾਪੂ ਕਿੰਨਾ ਚੰਗਾ ਹੈ। ਸਮਾਂ ਬੀਤਦਾ ਗਿਆ। ਬੁਰਗੇ ਦੇ ਘਰ ਮੁੰਡੇ ਨੇ ਜਨਮ ਲਿਆ। ਸਾਰਾ ਟੱਬਰ ਬਹੁਤ ਖੁਸ਼ ਸੀਗਾ। ਵੱਡੇ ਬਾਪੂ ਜੀ ਵੀ ਬਹੁਤ ਖੁਸ਼ ਸਨ ਕਿ ਪੜਦਾਦਾ ਬਣ ਗਿਆ ਹਾਂ। ਆਂਢ ਗੁਆਂਢ ਲੱਡੂ ਵੰਡ ਆਏ। ਆਥਣ ਵੇਲੇ ਫਿਰ ਨਾਜਰ ਦਾਰੂ ਪੀ ਕੇ ਆ ਗਿਆ। ਫਿਰ ਉਹੀ ਰੌਲਾ ਪਾਇਆ, ਮੇਰੀ ਜ਼ਮੀਨ ਤੇ ਘਰ ਵੰਡ ਦੇ। ਜਾਗਰ ਨੇ ਫਿਰ ਹਾੜੇ ਕੱਢੇ, ਨਾਜਰਾ ਘਰ ਵਿੱਚ ਖੁਸ਼ੀਆਂ ਆਈਆਂ ਨੇ, ਇੱਕ ਮੌਕਾ ਮੈਨੂੰ ਹੋਰ ਦੇ ਦੇ। ਮੈਨੂੰ ਮੇਰੀ ਜੀਤੋ ਦਾ ਵਿਆਹ ਕਰ ਲੈਣ ਦੇ, ਫਿਰ ਮੈਂ ਤੇਰੀ ਜ਼ਮੀਨ ਘਰ ਵੰਡ ਦੇਵਾਂਗਾ। ਜਾਗਰਾ, ਮੈਂ ਆਪਣੀ ਜੀਤੋ ਦਾ ਵਿਆਹ ਖੁਦ ਕਰਾਂਗਾ। ਮੈਂ ਹਜੇ ਜਿਉਂਦਾ ਹਾਂ, ਮਰਿਆ ਨਹੀਂ। ਭਾਈ ਕਰ ਦੇਵੀਂ। 6 ਮਹੀਨੇ ਲੰਘਦੇ, ਤੇਰੀਆਂ ਨਿੱਤ ਦੀਆਂ ਲੜਾਈਆਂ ਤੋਂ ਬਾਪੂ ਵੀ ਬਹੁਤ ਦੁਖੀ ਹੈ। ਬਾਪੂ ਵੀ ਬਿਮਾਰ ਰਹਿੰਦਾ, ਫਿਰ ਸਭ ਕੁਝ ਲੈ ਲੈਵੀਂ। ਨਾਜਰ ਇਹ ਸਭ ਸੁਣ ਕੇ ਮੰਨ ਗਿਆ ਤੇ ਚਲਾ ਗਿਆ। ਹੁਣ ਅੰਦਰ ਅੰਦਰੀ ਜਾਗਰ ਦੀ ਘਰਵਾਲੀ ਵੀ ਬਹੁਤ ਦੁਖੀ ਸੀ। ਸੋਚਦੇ ਸਨ ਕਿ ਜੀਤੋ ਦਾ ਵਿਆਹ ਬਾਪੂ ਦੇ ਜਿਉਂਦੇ ਜਿਉਂਦੇ ਹੀ ਹੋ ਜਾਵੇ, ਨਹੀਂ ਤਾਂ ਆਹ ਕਲੇਸ਼ ਬਾਪੂ ਦੀ ਜਾਨ ਹੀ ਲੈ ਲਵੇਗਾ। ਚਲੋ, ਵਾਹਿਗੁਰੂ ਹੀ ਭਲਾ ਕਰੇਗਾ, ਕਹਿ ਕੇ ਜਾਗਰ ਸੌਂ ਗਿਆ। 15 ਕੁ ਦਿਨਾਂ ਬਾਅਦ ਖੁੰਡ 'ਤੇ ਬੈਠੇ ਦੋਲੂ ਲੈ ਮਿੰਦਰ ਨੇ ਨਾਜਰ ਨੂੰ ਮਿਹਣਾ ਮਾਰਿਆ। ਲੈ ਲਈ ਜ਼ਮੀਨ ਅਤੇ ਘਰ। ਤੈਨੂੰ ਨਹੀਂ ਪਤਾ ਜਾਗਰ ਦੀ ਨਸਲ ਦਾ। ਉਹ ਤਾਂ ਚਾਹੁੰਦਾ ਹੈ ਕਿ ਕੁੜੀ ਦਾ ਵਿਆਹ ਕਰ ਦੇਵੇ ਤਾਂ ਫਿਰ ਜ਼ਮੀਨ 'ਤੇ ਕਬਜ਼ਾ ਕਰ ਲਵਾਂਗੇ। ਫਿਰ ਤੂੰ ਰੋਟੀ ਖਾਣੀ ਹੈ ਖਾਈ, ਨਹੀਂ ਖਾਣੀ ਨਾ ਸਹੀ, ਤੈਨੂੰ ਕੁਝ ਨਹੀਂ ਦੇਣਾ। ਇਹ ਸਭ ਸੁਣ ਦਿਲ ਵਿੱਚ ਭਾਂਬੜ ਮੱਚ ਗਏ। ਗੁੱਸੇ ਵਿੱਚ ਅੱਗ ਵਿੱਚ ਤਪਿਆ ਹੋਇਆ ਨਾਜਰ ਬੋਲਿਆ, ਲੈ ਜੇ ਇਹ ਗੱਲ ਹੈ ਤਾਂ ਮੈਂ ਕੱਲ੍ਹ 12 ਵਜੇ ਤੋਂ ਪਹਿਲਾਂ ਇਕੱਠ ਕਰਾਂਗਾ। ਚਲੋ ਭਾਈ, ਤੇਰੀ ਮਰਜ਼ੀ ਹੈ, ਕਿਉਂ ਨਹੀਂ ਦੇਵਾਂਗਾ ਮੇਰੀ ਜ਼ਮੀਨ ਤੇ ਘਰ। ਦੋਲੂ ਤੇ ਮਿੰਦਰ ਫਿਰ ਅੱਗ ਲਾ ਦਿੱਤੀ। ਕਹਿੰਦਾ, ਕੱਲ੍ਹ 12 ਵੀ ਵੱਜ ਜਾਣਗੇ। ਗੁੱਸੇ ਵਿੱਚ ਨਾਜਰ ਉੱਠਿਆ ਤੇ ਆਥਣੇ ਸਾਰੇ ਪੰਚਾਂ ਕੋਲ ਫਿਰ ਆਇਆ। ਕੱਲ੍ਹ ਨੂੰ ਮੇਰੇ ਘਰ ਤੇ ਜ਼ਮੀਨ ਦਿਵਾਓ। ਸਵੇਰੇ 10 ਕੁ ਵਜੇ ਥਾਈ ਦਰਵਾਜ਼ੇ ਵਿੱਚ ਇਕੱਠੇ ਹੋ ਗਏ। ਸਰਪੰਚ ਨੇ ਬਹੁਤ ਸਮਝਾਇਆ ਪਰ ਨਹੀਂ ਮੰਨਿਆ। ਚਲੋ ਭਾਈ, ਤੇਰੀ ਮਰਜ਼ੀ ਹੈ। ਜਾਗਰ ਨੂੰ ਬੁਲਾਉਣ ਲਈ ਬੰਦਾ ਭੇਜਿਆ ਗਿਆ। ਜਾਗਰ, ਬੁਰਗਾ ਤੇ ਗਿੰਦਰ ਵੀ ਥਾਈ ਵੱਲ ਆਉਣ ਲਈ ਤਿਆਰ ਹੋ ਗਏ। ਸੋਚ ਰਹੇ ਸਨ ਕਿ ਇਹ ਬੰਦਾ ਨਹੀਂ ਬਣਦਾ। ਜਾਗਰ ਬੁਰਗੇ ਨੂੰ ਸਮਝਾ ਰਿਹਾ ਸੀ ਕਿ ਪੁੱਤ, ਤੂੰ ਕੁਝ ਨਹੀਂ ਕਹਿਣਾ। ਮਨ ਵਿੱਚ ਹੀ ਸੋਚ ਰਿਹਾ ਸੀ ਕਿ ਮੇਰੀ ਜੀਤੋ ਦਾ ਵਿਆਹ ਹੋ ਜਾਂਦਾ, ਫਿਰ ਮੈਂ ਸਾਰਾ ਕੁਝ ਇਸ ਨੂੰ ਦੇ ਦਿੰਦਾ। ਗੁਰੂ ਮਹਾਰਾਜ ਭਲੀ ਕਰੇ। ਦਰਵਾਜ਼ੇ ਪਹੁੰਚੇ ਹੀ ਸਨ ਕਿ ਗੱਲ ਦੀ ਭਿਣਕ ਬਾਪੂ ਨੂੰ ਪੈ ਗਈ ਕਿ ਥਾਈ ਵਿੱਚ ਨਾਜਰ ਨੇ ਇਕੱਠ ਕਰ ਲਿਆ। ਬਾਪੂ ਨਾਜਰ ਨੂੰ ਕੋਸ ਰਿਹਾ ਸੀ ਕਿ ਇਹ ਫਿਰ ਮੇਰੀ ਇੱਜ਼ਤ ਰੋਲੇਗਾ।
ਇਹ ਸੋਚਦੇ ਹੀ ਬਾਪੂ ਨੇ ਇੱਕ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਮੰਜੇ ਤੇ ਹੀ ਡਿੱਗ ਪਿਆ। ਸਾਰਾ ਟੱਬਰ ਬਾਪੂ ਵੱਲ ਦੌੜਿਆ ਹੋਇਆ ਆਇਆ ਕਿ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਜੀਤੋ ਦੌੜਦੀ ਹੋਈ ਆਈ। ਬਾਪੂ ਜੀ ਕੀ ਹੋ ਗਿਆ? ਗਵਾਂਢੀਆਂ ਦੇ ਨੰਜੂ ਦੇ ਪੋਤੇ ਨੂੰ ਦਰਵਾਜ਼ੇ ਵੱਲ ਭੇਜਿਆ ਕਿ ਸੱਦ ਲਿਆ ਬੁਰਗੇ ਦੇ ਬਾਪੂ ਨੂੰ। ਮੁੰਡਾ ਥਾਈ ਫੜਿਆ ਹੀ ਉੱਚੀ ਉੱਚੀ ਆਵਾਜ਼ ਵਿੱਚ ਬੁਰਗੇ ਨੂੰ ਕਹਿ ਰਿਹਾ ਸੀ, ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਹੈ, ਮੰਜੇ ਤੇ ਥੱਲੇ ਲਾ ਲਿਆ ਹੈ। ਇਹ ਸਭ ਸੁਣ ਨਾਜਰ ਉੱਠਿਆ। ਪਿੱਛੇ ਜਾਗਰ, ਬੁਰਗਾ ਤੇ ਗਿੰਦਰ ਵੀ ਪਹੁੰਚ ਗਏ। ਨਾਜਰ ਬਾਪੂ ਉੱਪਰ ਡਿੱਗਦਾ ਹੋਇਆ ਬੋਲ ਰਿਹਾ ਸੀ, ਬਾਪੂ ਜੀ ਮੈਂ ਤੁਹਾਡੀ ਜਾਨ ਲਈ ਹੈ, ਮੈਨੂੰ ਨਹੀਂ ਚਾਹੀਦੀ ਜ਼ਮੀਨ ਤੇ ਘਰ, ਮੈਂ ਪਾਪੀ ਹਾਂ, ਮੈਨੂੰ ਮਾਫ਼ ਕਰ ਦਿਓ ਬਾਪੂ ਜੀ। ਸਾਰਾ ਪਰਿਵਾਰ ਬਾਪੂ ਦੀ ਮੌਤ 'ਤੇ ਰੋ ਰਿਹਾ ਸੀ। ਜਾਗਰ ਤੇ ਨਾਜਰ ਮੋਢੇ 'ਤੇ ਹੱਥ ਰੱਖ ਕੇ ਖੜਾ ਹੋ ਕੇ ਬੋਲਿਆ ਕਿ ਉਸ ਮਾਲਕ ਅੱਗੇ ਕਿਸ ਦਾ ਜ਼ੋਰ ਨਹੀਂ ਹੈ, ਰੱਬ ਦਾ ਭਾਣਾ ਮੰਨਣਾ ਪੈਣਾ ਹੈ। ਉਸ ਦੀ ਮੌਜ ਤੇ ਤੇਰਾ ਕੋਈ ਕਸੂਰ ਨਹੀਂ। ਵੱਡੇ ਭਾਈ ਮੈਨੂੰ ਜ਼ਮੀਨ ਤੇ ਘਰ ਨਹੀਂ ਚਾਹੀਦੇ। ਇਹ ਸਭ ਸੁਣ ਜੀਤੋ ਬਹੁਤ ਰੋਈ ਤੇ ਆਪਣੇ ਬਾਪੂ ਨੂੰ ਚਿੰਬੜ ਗਈ। ਨਾਜਰ ਆਪਣੀ ਧੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਧੀਏ ਮੈਨੂੰ ਮਾਫ਼ ਕਰ ਦੇਵੀਂ।